ਪਿਆਰੇ ਦਰਸ਼ਕੋ, ਸਮੇਂ-ਸਮੇਂ ਤੁਹਾਨੂੰ ਅਸੀਂ ਅਹਿਮ ਸ਼ਖਸੀਅਤਾਂ ਦੇ ਰੂਬਰੂ ਕਰਦੇ ਹਾਂ। ਅੱਜ ਇੱਕ ਵਾਰ ਫਿਰ ਇਸ ਸਿਲਸਿਲੇ ਨੂੰ ਅੱਗੇ ਵਧਾ ਰਹੇ ਹਾਂ। ਸਾਡੇ ਸਟੂਡੀਓ ਵਿੱਚ ਅੱਜ ਹਾਜ਼ਰ ਹਨ ਅਕਾਲੀ ਦਲ ਦੇ ਸੀਨੀਅਰ ਆਗੂ, ਜਿਹੜੇ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਵੀ ਮੈਂਬਰ ਹੈ ਅਤੇ ਇਸ ਤੋਂ ਇਲਾਵਾ ਅਕਾਲੀ ਦਲ ਦੇ ਉਹ ਸਕੱਤਰ ਜਨਰਲ ਨੇ। ਉਹ ਮੇਰੇ ਕਹਿਣ ਤੋਂ ਭਾਵ ਹੈ ਕਿ ਸਾਡੇ ਨਾਲ ਅੱਜ ਇਸ ਸਟੂਡੀਓ ਵਿੱਚ ਹਾਜ਼ਰ ਨੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਜੀ। ਉਹਨਾਂ ਨਾਲ ਅਸੀਂ ਗੱਲ ਕਰਾਂਗੇ ਅਕਾਲੀ ਦਲ ਦਾ ਜਿਹੜਾ 100 ਸਾਲਾ ਸਥਾਪਨਾ ਦਿਵਸ ਪੂਰਾ ਹੋਇਆ ਇਹਦੇ ਬਾਰੇ 'ਚ, ਇਸ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਦੇ ਬਾਰੇ 'ਚ ਅਤੇ ਕਿਸਾਨ ਅੰਦੋਲਨ ਬਾਰੇ। ਭੂੰਦੜ ਜੀ, ਤੁਹਾਡਾ ਅਜੀਤ ਵੈਬ TV ਦੇ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ। ਭੂੰਦੜ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਅਕਾਲੀ ਦਲ ਨੇ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਲਏ ਆ ਔਰ ਦੇਸ਼ ਦੀ ਰਾਜਨੀਤੀ ਦੇ ਅੰਦਰ, ਪੰਜਾਬ ਦੀ ਰਾਜਨੀਤੀ ਦੇ ਅੰਦਰ ਅਕਾਲੀ ਦਲ ਨੇ ਬਹੁਤ ਵੱਡਾ ਅਸਰ ਪਾਇਆ, ਬਹੁਤ ਵੱਡਾ ਰੋਲ ਅਦਾ ਕੀਤਾ। ਅਤੇ 100 ਸਾਲਾਂ ਦਾ ਜਿਹੜਾ ਸਫ਼ਰ ਰਿਹਾ, ਇਹਦੇ ਬਾਰੇ ਸੰਖੇਪ 'ਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਭਾਜੀ, ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਬਹੁਤ ਮਾਨਾਮਤ ਹੈ, ਸ਼ਾਨਾਮਤ ਹੈ। ਇਸੇ ਕਰਕੇ ਇਸ ਜਮਾਤ ਨੂੰ ਸ਼ਹੀਦਾਂ ਦੀ ਜਮਾਤ ਕਿਹਾ ਜਾਂਦਾ ਹੈ। ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਗੁਲਾਮੀ ਰਹੀ 300 ਸਾਲ ਦੇ ਕਰੀਬ, ਲੇਕਿਨ ਪੰਜਾਬ 'ਚ ਸਾਰੀ 100 ਸਾਲ ਤੋਂ ਵੀ ਘੱਟ ਰਹੀ ਹੈ। ਔਰ ਤੁਰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਧੋਖੇ ਨਾਲ ਅੰਗਰੇਜ਼ਾਂ ਨੇ ਕਰ ਲਿਆ, ਜਲਦੀ ਹੀ ਇੱਥੋਂ ਆਜ਼ਾਦੀ ਦੀ ਮੂਵਮੈਂਟ ਸ਼ੁਰੂ ਹੋ ਗਈ। ਅਤੇ ਫਿਰ 1920 ਤੋਂ ਤਾਂ ਜਦੋਂ 1849 'ਚ ਉਹਨਾਂ ਨੇ ਕਬਜ਼ਾ ਕੀਤਾ, 1920 ਤੋਂ ਬਕਾਇਦਾ ਅਕਾਲੀ ਦਲ ਬਣ ਕੇ ਫਿਰ ਤਾਂ ਸੰਘਰਸ਼ ਇੰਨਾ ਤੇਜ਼ ਹੋਇਆ ਕਿ ਮੈਂ ਸਮਝਦਾ ਉਹ ਜਿਹੜਾ 5 ਸਾਲ ਦਾ ਸੰਘਰਸ਼ ਸੀ ਜੀ, ਸਾਰੇ ਮੋਰਚਾ 'ਚ ਅੰਗਰੇਜ਼ ਨੂੰ ਜਿੱਤਿਆ ਔਰ ਉਹ ਸ਼ਾਂਤਮਈ ਔਰ ਉਹ ਉਸ ਜਿੱਤਾਂ ਨੇ ਜਿੱਥੇ ਦੇਸ਼ ਦੀ ਆਜ਼ਾਦੀ ਦਾ ਰਸਤਾ ਖੁੱਲ੍ਹਿਆ, ਉੱਥੇ ਕੌਮ ਦਾ ਸਿਰ ਵੀ ਬਹੁਤ ਵੱਡਾ ਉੱਚਾ ਕੀਤਾ। ਇਸ ਕਰਕੇ ਇਹ ਜਿਹੜਾ ਅਕਾਲੀ ਦਲ ਦਾ 100 ਸਾਲਾ ਇਤਿਹਾਸ ਹੈ, ਜੇ ਉਹ ਸਾਰੇ ਇਤਿਹਾਸ ਨੂੰ ਆਪਾਂ ਦੇਖੀਏ, ਭਾਵੇਂ ਆਜ਼ਾਦੀ ਤੋਂ ਪਹਿਲਾਂ ਦਾ ਸੀ, ਜਿਹਦੇ 'ਚ ਕਿ 400 ਦੇ ਕਰੀਬ ਲਗਭਗ ਕੁਰਬਾਨੀਆਂ, ਸ਼ਹੀਦੀਆਂ ਹੋਈਆਂ, 3000 ਦੇ ਕਰੀਬ ਸਿੰਘ ਫੱਟੜ ਹੋਏ, ਲੱਖਾਂ ਰੁਪਏ ਉਸ ਹਿਸਾਬ ਦੇ ਨਾਲ ਜਿਹੜੇ ਕਿ ਅੱਜ ਬਣਦੇ ਨੇ ਅਰਬਾਂ 'ਚ ਜੁਰਮਾਨੇ ਹੋਏ। ਇਹ ਸਾਰੇ ਏਡੀ ਵੱਡੀ ਕੁਰਬਾਨੀ ਤੋਂ ਬਾਅਦ ਇਹ ਮੋਰਚੇ ਜਿੱਤੇ ਗਏ ਸੀ ਔਰ ਤਾਂ ਹੀ ਅੰਗਰੇਜ਼ ਝੁਕਿਆ ਸੀ। ਔਰ ਉਸ ਅੰਗਰੇਜ਼ ਦੇ ਝੁਕਣ ਨਾਲ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਜਿਹੜੀ ਉਦੋਂ ਪਹਿਲਾਂ ਦੀ ਲੜਦੀ ਸੀ, ਉਸ ਨੂੰ ਵੀ ਹੌਸਲਾ ਮਿਲਿਆ ਕਿ ਸ਼ਾਂਤਮਈ ਦੇ ਰਹਿਣ ਦੇ ਨਾਲ ਅਸੀਂ ਦੇਸ਼ ਵੀ ਆਜ਼ਾਦ ਕਰ ਸਕਦੇ ਹਾਂ। ਔਰ ਕਿਹਾ ਵੀ ਵਾਰ-ਵਾਰ, ਮਹਾਤਮਾ ਗਾਂਧੀ ਨੇ ਕਿਹਾ, ਦੂਸਰੇ ਲੀਡਰਾਂ ਨੇ ਵੀ ਕਿਹਾ। ਸੋ ਇਸ ਕਰਕੇ ਜੇ ਆਜ਼ਾਦੀ ਤੋਂ ਬਾਅਦ ਦੇਖੀਏ, ਫਿਰ ਵੀ ਲਗਾਤਾਰ ਇਹੋ ਇੱਕ ਜਮਾਤ ਸੀ ਜਿਹੜੇ ਦੇਸ਼ ਦੇ ਸਹੀ ਫੈਡਰਲ ਢਾਂਚੇ ਵਾਸਤੇ, ਜਦੋਂ ਕੋਈ ਪੰਜਾਬੀਆਂ ਦੀ ਗੱਲ ਆਉਂਦੀ, ਪੰਜਾਬ ਦੀ ਆਉਂਦੀ, ਜਾਂ ਕਿਤੇ ਸਿੱਖ ਕੌਮ ਦੀ ਆਉਂਦੀ, ਜਾਂ ਕਿਸੇ ਮਿਨੋਰਟੀ ਨਾਲ ਧੱਕਾ ਹੁੰਦਾ, ਤਾਂ ਹਮੇਸ਼ਾ ਇਹ ਪਾਰਟੀ ਲੜਦੀ ਰਹੀ। ਔਰ ਹਰ ਥਾਂ 'ਤੇ ਜਿਵੇਂ ਤੁਸੀਂ ਲਾ ਲਓ ਕਿ ਐਮਰਜੈਂਸੀ ਦਾ ਮੋਰਚਾ, ਧਰਮ ਯੁੱਧ ਦਾ ਮੋਰਚਾ, ਪੰਜਾਬੀ ਸੂਬੇ ਦਾ ਮੋਰਚਾ, ਇਹ ਸਾਰੇ ਮੋਰਚੇ ਲਾਏ ਔਰ ਹਰ ਇੱਕ ਜਿੱਤ ਪ੍ਰਾਪਤ ਕੀਤੀ। ਔਰ ਜਿਹੜਾ ਤਾਂ ਇਸ ਦਾ ਮੋਰਚਾ ਸੀ ਐਮਰਜੈਂਸੀ ਦਾ, ਉਹ ਤਾਂ ਜੈ ਪ੍ਰਕਾਸ਼ ਨਾਰਾਇਣ ਨੇ ਕਿਹਾ ਕਿ ਦੇਸ਼ ਨੂੰ ਦੂਜੀ ਆਜ਼ਾਦੀ ਦਿਵਾਉਣ 'ਚ ਸਭ ਤੋਂ ਵੱਡਾ ਰੋਲ ਅਕਾਲੀ ਦਲ ਦਾ। ਇਸ ਕਰਕੇ ਲਗਾਤਾਰ ਅੱਜ ਤੱਕ ਬਹੁਤ ਵੱਡੇ ਰੋਲ ਰਹੇ ਨੇ। ਹੁਣ ਜਿਹੜਾ ਇਹ 100 ਸਾਲਾ ਮਨਾਇਆ ਜਾ ਰਿਹਾ, ਇਸ 'ਚ ਵੀ ਅਗਲੇ ਟੀਚੇ ਤੈਅ ਕਰਦੇ ਹਾਂ ਕਿ ਜਿਵੇਂ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਕਰਕੇ ਦੇਸ਼ ਦਾ ਨਾਂ ਉੱਚਾ ਕੀਤਾ, ਕੌਮ ਦਾ ਨਾਂ ਉੱਚਾ ਕੀਤਾ। ਅੱਜ ਕੌਮ ਜਿੱਥੇ ਕਿਤੇ ਵੀ ਉਹ ਚੜ੍ਹਦੀ ਕਲਾ 'ਚ ਹੈ, ਦੇਸ਼ਾਂ ਵਿਦੇਸ਼ਾਂ 'ਚ ਬੜੀ ਚੜ੍ਹਦੀ ਕਲਾ 'ਚ ਹੈ ਗੁਰੂ ਦੀ ਕਿਰਪਾ ਨਾਲ। ਤਾਂ ਕਿ ਹੁਣ ਕਿਵੇਂ ਫਿਰ ਦੇਸ਼ ਦੇ ਵਿੱਚ ਅਗਲੇ ਜਿਹੜਾ ਸਮਾਂ ਹੈਗਾ, ਉਹਦੇ 'ਚ ਕੁਰਬਾਨੀਆਂ ਕਰਕੇ ਪੰਜਾਬ ਨੂੰ ਔਰ ਦੇਸ਼ ਨੂੰ ਅਤੇ ਪੰਜਾਬੀਅਤ ਨੂੰ ਅਤੇ ਸਿੱਖਾਂ ਦੇ ਜਿਹੜਾ ਘੱਟ ਗਿਣਤੀ 'ਚ ਆਪਾਂ ਹਾਂਗੇ, ਕਿਵੇਂ ਸ਼ਾਨ ਨਾਲ ਜਿਹੜਾ ਹੈ ਅੱਗੇ ਵਧਦੇ ਆ। ਇਹ ਅਗਲੇ ਸਾਡੇ ਪ੍ਰੋਗਰਾਮ ਅਸੀਂ ਉਲੀਕੇ ਨੇ, ਜਿਨ੍ਹਾਂ 'ਚ ਅਸੀਂ 4-5 ਪ੍ਰੋਗਰਾਮ ਮੇਨ ਗਿਣਦੇ ਹਾਂ। ਕਿ ਪਹਿਲਾਂ ਤਾਂ ਅਸੀਂ ਸਰਬੱਤ ਦੇ ਭਲੇ ਤੋਂ ਸ਼ੁਰੂ ਕਰਦੇ ਹਾਂ, ਜੋ ਸਾਡਾ ਗੁਰੂਆਂ ਦਾ ਸਿਧਾਂਤ ਹੈ, ਜਿਹਦੇ ਸਾਡਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਦੂਸਰਾ ਜਿਹੜਾ ਮੋਰ ਪਾਵਰ ਹੈ, ਇਹ ਤਾਂ ਹੈ ਕਿ ਅਸੀਂ ਲਗਾਤਾਰ ਆਜ਼ਾਦੀ ਤੋਂ ਬਾਅਦ ਇਹ ਸੰਘਰਸ਼ ਕਰਦੇ ਆਏ ਹਾਂ। ਹੁਣ ਜਿਹੜੇ ਲੋਕ ਸਾਨੂੰ ਇਹਦੇ ਪਿੱਛੇ ਵੱਖਵਾਦੀ ਕਹਿੰਦੇ ਸੀ, ਅੱਜ ਉਹ ਲੋਕ ਵੀ ਕਾਂਗਰਸ ਵਰਗੀਆਂ ਪਾਰਟੀਆਂ ਮੰਗਣ ਲੱਗ ਗਈਆਂ ਹਨ ਕਿ ਸਟੇਟਾਂ ਕੋਲ ਕੋਈ ਅਧਿਕਾਰ ਨਹੀਂ ਰਹੇ। ਔਰ ਆਹ ਜਿਹੜਾ ਐਗਰੀਕਲਚਰ ਦਾ ਬਿੱਲ ਆਇਆ, ਇਹ ਵੀ ਉਹਦੀ ਇੱਕ ਕੜੀ ਹੈ ਕਿ ਸਟੇਟ ਸਬਜੈਕਟ ਸੀ, ਸੈਂਟਰ ਨੇ ਫੈਸਲੇ ਕਰਤੇ, ਤਾਂ ਹੀ ਅਜੇ ਨਹੀਂ ਨਾ ਆਉਂਦੇ, ਜੇ ਨਾ ਇਹ ਪੰਗੇ ਹੁੰਦੇ, ਜੇ ਫੈਡਰਲ ਢਾਂਚਾ ਸਹੀ ਹੁੰਦਾ। ਫਿਰ ਜਿਹੜੀ ਸਿੱਖ ਕੌਮ ਦਾ ਸਿਧਾਂਤ ਹੈ, ਉਹ 'ਤੇ ਵੱਧ ਤੋਂ ਵੱਧ ਪਹਿਰਾ ਕਿਵੇਂ ਦੇਣਾ, ਗਰੀਬ ਕਾਮੇ ਕਿਸਾਨ ਮਜ਼ਦੂਰ ਵਾਸਤੇ ਕਿਵੇਂ ਲੜਨਾ, ਇਹ ਸਾਡੇ ਜਿਹੜੇ ਅਗਲੇ ਟਾਰਗੇਟ ਹੈ। ਵੈਲਫੇਅਰ ਸਟੇਟ ਇਸ ਨੂੰ ਕਿਵੇਂ ਬਣਾਉਣਾ, ਜਿਵੇਂ ਪਹਿਲਾਂ ਗਰੀਬਾਂ ਵਾਸਤੇ ਆ ਕੇ ਹਿੰਦੁਸਤਾਨ ਦੇ ਵਿੱਚ ਇਹ ਤੁਹਾਨੂੰ ਮੈਂ ਮਾਣ ਨਾਲ ਕਹਿ ਸਕਦਾ ਕਿ ਸਾਰਾ ਇਤਿਹਾਸ ਕਰ ਲਓ ਕਿ ਜੋ ਗਰੀਬ ਦੀ ਆਜ਼ਾਦੀ ਤੋਂ ਬਾਅਦ ਸਕੀਮ ਸੋਸ਼ਲ ਵੈਲਫੇਅਰ ਦੀ ਚੱਲੀ ਹੈ, ਉਹ ਅਕਾਲੀ ਦਲ ਦੀ ਚਲਾਈ ਹੋਈ ਦੇਸ਼ 'ਚ ਮਗਰੋਂ ਗਈ ਹੈ। ਇਸ ਕਰਕੇ ਉਹਦੇ 'ਚ ਬਹੁਤ ਵੱਡਾ ਇਤਿਹਾਸ ਹੈ। ਅੱਗੇ ਆਪਾਂ ਗੱਲਾਂ ਕਰਦੇ ਰਹਾਂਗੇ ਉਹਦੇ 'ਚ। ਅੱਜ ਤੁਸੀਂ
ਜਿਹੜੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਦੇ ਭੋਗ ਪਾ ਕੇ ਇਹ ਜਿਹੜਾ ਆਪਣਾ 400 ਸਾਲਾ ਆ ਉਹਨੂੰ ਸੰਕੇਤਕ ਆਪਣਾ ਜਿਹੜਾ 100 ਸਾਲਾ ਸਥਾਪਨਾ ਦਿਵਸ ਹੈ ਉਹਨੂੰ ਸੰਕੇਤਕ ਤੌਰ ਤੇ ਉਹਨੂੰ ਮਨਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅਗਲੇ ਦਿਨਾਂ 'ਚ ਅਕਾਲੀ ਦਲ ਇਸ ਸੰਬੰਧ 'ਚ ਹੋਰ ਕਿਸ ਤਰ੍ਹਾਂ ਦੇ ਸਮਾਗਮ ਕਰਨ ਬਾਰੇ ਸੋਚ ਰਿਹਾ? ਇਹਦੇ 'ਚ ਅਸੀਂ ਕੋਸ਼ਿਸ਼ ਕਰਾਂਗੇ ਜੀ, ਸੈਮੀਨਾਰ ਕਰਾਂਗੇ। ਜਿਹੜੇ ਪੁਰਾਣੇ ਅਕਾਲੀ ਦਲ ਦੇ ਇਤਿਹਾਸਕ ਪੁਰਾਣੇ ਪਰਿਵਾਰ ਨੇ, ਜਿੰਨੇ ਪੁਰਾਣੇ ਸਾਡੇ ਪ੍ਰਧਾਨ ਰਹੇ, ਸ਼ਹੀਦੀਆਂ ਵਾਲੇ ਪਰਿਵਾਰ ਰਹੇ, ਉਹਨੂੰ ਸਾਰਿਆਂ ਨੂੰ ਅਸੀਂ ਘਰਾਂ ਜਾ ਕੇ ਜਾਂ ਕਿਸੇ ਚੰਗੀ ਜਗ੍ਹਾ ਕਰਕੇ ਮਾਨ ਸਨਮਾਨ ਦੇਵਾਂਗੇ ਤਾਂ ਕਿ ਅਗਲੀਆਂ ਪੀੜ੍ਹੀਆਂ ਨੂੰ ਉਹਨਾਂ ਦੀ ਕੁਰਬਾਨੀਆਂ ਦਾ ਪਤਾ ਲੱਗੇ। ਜੋ ਸਾਡਾ ਇਤਿਹਾਸ ਸੀ ਉਹ ਅਗਲੀ ਪੀੜ੍ਹੀ ਅੱਗੇ ਰੱਖ ਕੇ, ਤਾਂ ਕਿ ਅਗਲੀ ਨੌਜਵਾਨ ਪੀੜ੍ਹੀ ਨੂੰ ਉਸ ਤਰ੍ਹਾਂ ਹੀ ਅਕਾਲੀ ਦਲ ਦੇ ਇਤਿਹਾਸ ਤੋਂ ਸਬਕ ਲੈ ਕੇ ਉਸ ਤਰ੍ਹਾਂ ਦੀ ਹੀ ਲੜਾਈ ਲੜੇ। ਤਾਂ ਇਹ ਜਿਹੜਾ ਬੇਸ ਹੈ ਅਕਾਲੀ ਦਲ ਦਾ, ਜਿਵੇਂ ਸਾਡੇ ਬਜ਼ੁਰਗਾਂ ਨੇ ਐਡੀ ਵੱਡੀ ਲੜਾਈ ਲੜ ਕੇ ਵੱਡਾ ਕੀਤਾ ਸੀ, ਉਹ ਉਸ ਤਰ੍ਹਾਂ ਦਾ ਬੇਸ ਸਾਡਾ ਬਣੇ। ਉਹਦੇ ਵਾਸਤੇ ਸੈਮੀਨਾਰ, ਸਟੱਡੀ ਸਰਕਲ, ਕਾਨਫਰੰਸਾਂ, ਇਸ ਤਰ੍ਹਾਂ ਦੀਆਂ ਅਸੀਂ ਸਾਰੀਆਂ ਉਹ ਕਾਰਵਾਈਆਂ ਲਗਾਤਾਰ ਅਸੀਂ 2 ਮਹੀਨਿਆਂ ਤੋਂ ਮਹੀਨੇ ਤੋਂ ਕਰਦੇ ਰਹਾਂਗੇ। ਜਦੋਂ ਆ ਸੰਘਰਸ਼ ਦਾ ਠੀਕ ਹੋ ਗਿਆ ਉਸ ਤੋਂ ਬਾਅਦ ਇਹ ਕਾਰਵਾਈਆਂ ਸਾਡੀਆਂ ਸਾਰੀਆਂ ਚੱਲਣਗੀਆਂ। ਭੁੰਦਰ ਜੀ, ਅਕਾਲੀ ਦਲ ਦੀ ਭਾਜਪਾ ਨਾਲ ਲੰਮੇ ਸਮੇਂ ਤੱਕ ਸਾਂਝ ਰਹੀ ਹੈ। ਪਿਛਲੀਆਂ ਜਿਹੜੀਆਂ 3 ਸਰਕਾਰਾਂ ਆ, 15 ਸਾਲ ਦੇ ਲਗਭਗ ਅਕਾਲੀ ਦਲ ਨੇ ਭਾਜਪਾ ਨਾਲ ਰਲ ਕੇ ਚੋਣਾਂ ਵੀ ਲੜੀਆਂ ਅਤੇ ਸਰਕਾਰਾਂ ਵੀ ਚਲਾਈਆਂ। ਹੁਣ ਜਿਹੜੀ ਸਥਿਤੀ ਇਹ ਬਣ ਗਈ ਹੈ, ਖਾਸ ਕਰਕੇ 2014 ਤੋਂ ਬਾਅਦ, ਜਦੋਂ ਤੋਂ ਭਾਜਪਾ ਦੇ ਅੰਦਰ ਜਿਹੜਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਬੋਲਬਾਲਾ ਵਧਿਆ, ਉਹਦੇ ਤੋਂ ਬਾਅਦ ਜਿਹੜੀ ਭਾਜਪਾ ਦੀ ਜਿਹੜੀ ਨੀਤੀ ਆ ਘੱਟ ਗਿਣਤੀਆਂ ਪ੍ਰਤੀ, ਉਹ ਜਿਹੜੀ ਬਦਲੀ ਨਜ਼ਰ ਆਉਂਦੀ ਆ ਅਤੇ ਇਸ ਵੇਲੇ ਦੇਸ਼ 'ਚ ਘੱਟ ਗਿਣਤੀਆਂ ਸੁਰੱਖਿਅਤ ਮਹਿਸੂਸ ਕਰਦੀਆਂ। ਅਤੇ ਬਾਕੀ ਜਿਹੜਾ ਅੱਗੇ ਜਾ ਕੇ ਅਸੀਂ ਕਿਸਾਨ ਸੰਘਰਸ਼ ਦੀ ਵੀ ਗੱਲ ਕਰਾਂਗੇ, ਪਰ ਇਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਉਹ ਭਾਵੇਂ ਮੁੱਖ ਕਾਰਨ ਕਿਸਾਨ ਸੰਘਰਸ਼ ਜਾਂ ਖੇਤੀ ਸੰਬੰਧੀ ਬਿੱਲ ਬਣੇ ਆ, ਅਕਾਲੀ ਦਲ ਨੇ ਜਿਹੜਾ ਭਾਜਪਾ ਤੋਂ ਕਿਨਾਰਾ ਕਰ ਲਿਆ ਅਤੇ ਬੀਬੀ ਹਰਸਿਮਰਤ ਕੌਰ ਨੇ ਜਿਹੜਾ ਕੇਂਦਰੀ ਮੰਤਰੀ ਮੰਡਲ 'ਚੋਂ ਵੀ ਅਸਤੀਫਾ ਦੇ ਤਾ। ਜਿਹੜਾ ਲੋਕਤੰਤਰ ਗੱਠਜੋੜ ਵਿੱਚੋਂ ਵੀ ਅਕਾਲੀ ਦਲ ਜਿਹੜਾ ਬਾਹਰ ਆ ਗਿਆ। ਹੁਣ ਅਕਾਲੀ ਦਲ ਦੇਸ਼ ਦੇ ਅੰਦਰ ਘੱਟ ਗਿਣਤੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ, ਜਿਹੜਾ ਸਾਡਾ ਫੈਡਰਲ ਢਾਂਚਾ ਜਿਹਦਾ ਤੁਸੀਂ ਜ਼ਿਕਰ ਵੀ ਕੀਤਾ, ਇਹਨੂੰ ਜਿਹੜੀ ਢਾਹ ਲੱਗ ਰਹੀ ਹੈ, ਇਹਨੂੰ ਰੋਕਣ ਲਈ ਅਤੇ ਜਿਹੜਾ ਜਮਹੂਰੀਅਤ ਨੂੰ, ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਕੀ ਸੋਚ ਰਿਹਾ? ਪਿਛਲੇ ਦਿਨਾਂ 'ਚ ਤੁਸੀਂ ਅਤੇ ਚੰਦੂ ਮਾਜਰਾ ਜੀ ਨੇ ਦੂਜੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨਾਲ ਵੀ ਵਿਚਾਰ ਚਰਚਾ ਕੀਤੀ ਹੈ। ਇਹ ਸਾਰੇ ਸੰਦਰਭ 'ਚ ਅਕਾਲੀ ਦਲ ਦੇਸ਼ ਦੀ ਰਾਜਨੀਤੀ ਨੂੰ ਜਿਹੜਾ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ਦੇ ਪੱਖ ਤੋਂ ਮਜ਼ਬੂਤ ਕਰਨ ਲਈ ਕੀ ਰੋਲ ਅਦਾ ਕਰਨ ਬਾਰੇ ਸੋਚ ਰਿਹਾ? ਦੇਖੋ ਭਾਜੀ, ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਹੈ ਫੈਡਰਲ ਪਾਵਰ ਦਾ, ਕਿ ਦੇਸ਼ 'ਚ ਘੱਟ ਗਿਣਤੀਆਂ ਦੇ ਅੱਜ ਜਿਹੜਾ ਹੈ ਸ਼ੰਕਾ ਪੈਦਾ ਹੋ ਰਹੀ ਹੈ ਮਨਾਂ 'ਚ ਕਿ ਅਸੀਂ ਸੁਰੱਖਿਅਤ ਨਹੀਂ, ਇਸ ਤਰ੍ਹਾਂ ਦੇ ਹਾਲਾਤ ਵੀ ਕਈ ਥਾਂ 'ਤੇ ਪੈਦਾ ਹੋ ਗਏ। ਸੋ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਲੰਬੇ ਸਮੇਂ ਤੋਂ BJP ਨਾਲ ਸਾਡੀ ਏਕਤਾ ਰਹੀ ਔਰ ਅਸੀਂ ਹਮੇਸ਼ਾ ਕਾਂਗਰਸ ਦੇ ਉਲਟ ਲੜਦੇ ਰਹੇ, ਕਿਉਂਕਿ ਕਾਂਗਰਸ ਦੀਆਂ ਨੀਤੀਆਂ ਜਿਹੜੀਆਂ ਗਲਤ ਸੀ ਅਸੀਂ ਉਹਦੇ ਖਿਲਾਫ ਲੜਦੇ। ਸਾਡੀ ਨਿੱਜੀ ਕੋਈ ਲੜਾਈ ਨਹੀਂ ਸੀ, ਬੜੀਆਂ ਕੁਰਬਾਨੀਆਂ ਦਿੱਤੀਆਂ। ਪਰ ਸਾਨੂੰ ਦੁੱਖ ਹੈ ਕਿ ਅਸੀਂ ਜਿਸ ਪਾਰਟੀਆਂ ਨਾਲ ਲੱਗ ਕੇ, ਜਿਨ੍ਹਾਂ ਦੀ ਉਦੋਂ ਕੋਈ ਹੋਂਦ ਨਹੀਂ ਸੀ ਹੁੰਦੀ, ਅੱਜ ਉਹ ਰਾਜ 'ਚ ਆ ਗਈਆਂ ਤਾਂ ਉਹ ਸਾਰਾ ਕੁਛ ਆਪਣਾ ਪਿਛਲਾ ਇਤਿਹਾਸ ਭੁੱਲ ਗਈਆਂ। ਬਲਕਿ ਜਦੋਂ ਕੋਈ ਅਸੀਂ ਜਾਇਜ਼ ਗੱਲ ਕਹਿੰਦੇ ਹਾਂ ਤਾਂ ਉਸ ਨੂੰ ਉਸ ਤਰੀਕੇ 'ਚ ਧਿਆਨ ਨਹੀਂ ਦਿੰਦੀਆਂ। ਇਹਨਾਂ ਹਾਲਾਤਾਂ 'ਚ ਸਾਨੂੰ ਮਜਬੂਰ, ਜਦੋਂ ਇਹ ਹਾਲਾਤ ਪੈਦਾ ਹੋ ਗਏ ਤਾਂ ਸਾਨੂੰ ਆਪਣਾ ਰਸਤਾ ਵੱਖ ਕਰਨਾ ਪਿਆ, ਕਿਉਂਕਿ ਅਸੀਂ ਆਪਣਾ ਪ੍ਰਿੰਸੀਪਲ ਤਾਂ ਅਸੀਂ ਛੱਡ ਨਹੀਂ ਸਕਦੇ, ਉਹਨਾਂ ਪ੍ਰਿੰਸੀਪਲਾਂ 'ਤੇ ਸਾਨੂੰ ਲੜਨਾ ਪੈਣਾ। ਇਸ ਕਰਕੇ ਅੱਜ ਕੋਈ ਸਾਨੂੰ ਹੈ ਗੱਲ ਨਹੀਂ, ਜੇ ਉਹਨਾਂ ਨੇ ਸਾਨੂੰ ਛੱਡਿਆ, ਗਲਤੀ ਉਹਨਾਂ ਨੇ ਕੀਤੀ ਹੈ। ਇਹ ਦੇਸ਼ ਬਹੁ ਭਾਸ਼ੀ ਹੈ, ਬਹੁ ਧਰਮੀ ਹੈ, ਇੱਥੇ ਨਾ ਇੱਕ ਧਰਮ ਹੈ ਨਾ ਇੱਥੇ ਇੱਕ ਬੋਲੀ ਹੈ। ਇਸ ਕਰਕੇ ਜੇ ਅਸੀਂ ਇਸ ਦੇਸ਼ ਨੂੰ ਤਗੜਾ ਕਰਨਾ ਹੈ ਤਾਂ ਸਾਨੂੰ ਹਰ ਇੱਕ ਬੋਲੀ ਦਾ ਸਤਿਕਾਰ, ਹਰ ਇੱਕ ਧਰਮ ਦਾ ਸਤਿਕਾਰ, ਹਰ ਇਨਸਾਨ ਦਾ ਸਤਿਕਾਰ, ਜੋ ਗੁਰੂ ਨਾਨਕ ਦੇਵ ਜੀ ਦਾ ਸੀ ਕਿ ਸਭੇ ਸਾਂਝੀ ਬਾਲ ਸਦਾਇਨ ਕੋਈ ਨਾ ਦਿਸੇ ਵਾਰਾ ਜੀਓ, ਉਸ ਨਾਅਰੇ 'ਤੇ ਦੇਸ਼ ਨੂੰ ਚੱਲਣਾ ਚਾਹੀਦਾ। ਸੋ ਇਸ ਕਰਕੇ ਅੱਜ ਦੇ ਪ੍ਰਧਾਨ ਮੰਤਰੀ ਕਈ ਵਾਰੀ ਗੁਰੂ ਨਾਨਕ ਦੇਵ ਜੀ ਦੇ ਬਾਣੀ 'ਚੋਂ ਕੋਈ ਲਫ਼ਜ਼ ਕੋਟ ਕਰਦੇ ਨੇ, ਲੇਕਿਨ ਅਮਲ ਕਰਨਾ ਚਾਹੀਦਾ ਉਹਨਾਂ 'ਤੇ ਕਿ ਸਾਰਿਆਂ ਨੂੰ ਅਸੀਂ ਇੱਕੋ ਜਿੱਕਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਦੇ ਅਸੂਲ 'ਤੇ ਚੱਲਣਾ ਚਾਹੀਦਾ ਹੈ। ਸੋ ਅਸੀਂ ਅੱਜ ਵੀ ਕਹਿੰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਕੋਈ ਨਹੀਂ, ਤੁਹਾਡੇ ਸਾਡੇ ਰਸਤੇ ਵੱਖ, ਤੁਸੀਂ ਵੱਖ ਪਾਰਟੀ, ਅਸੀਂ ਵੱਖ, ਲੇਕਿਨ ਦੇਸ਼ ਤਾਂ ਇੱਕ ਹੈ। ਇਸ ਦੇਸ਼ ਵਾਸਤੇ ਅਸੀਂ ਬੜੀਆਂ ਕੁਰਬਾਨੀਆਂ, ਅਸੀਂ ਘਰ ਘਾਟ, ਜੇ ਆਜ਼ਾਦੀ ਲਈ ਹੈ, ਜਿੱਥੇ ਸ਼ਹੀਦੀਆਂ ਦਿੱਤੀਆਂ, ਅਸੀਂ ਘਰ ਘਾਟ ਉਜਾੜ ਕੇ ਆਏ ਹਾਂ। ਪਾਕਿਸਤਾਨ 'ਚ ਲਹਿਰਪੁਰ ਦੀਆਂ 12 ਛੱਡੀਆਂ, ਅੱਜ ਇਹ ਸਾਡਾ ਹੈ। ਜੇ ਨੌਜਵਾਨ ਹੱਦ 'ਤੇ ਲੜਦੇ ਆ, ਸਾਡੇ ਬੱਚੇ ਹੈ। ਜੇ ਕਿਸਾਨੀ ਢਿੱਡ ਪਰ ਜਦੋਂ PL 480 ਥੱਲੇ ਕਣਕ ਆਉਂਦੀ ਸੀ, ਅੱਜ ਦੇਸ਼ ਐਕਸਪੋਰਟ ਕਰਨ ਲੱਗ ਗਿਆ ਤਾਂ ਪੰਜਾਬੀ ਕਿਸਾਨ ਨੇ ਉਹਦਾ ਸਾਰਾ ਕੁਛ ਕੀਤਾ। ਸੋ ਅੱਜ ਮੈਂ ਕਹਿਣਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਸੋਚਣਾ ਚਾਹੀਦਾ, ਅਸੀਂ ਜਿਹੜੀਆਂ ਪਾਰਟੀਆਂ ਸਾਨੂੰ ਉਸ ਵੇਲੇ ਵੱਖਵਾਦੀ ਕਹਿੰਦੇ ਅਸੀਂ ਫੈਡਰਲ ਦੇ ਨਾਂ 'ਤੇ,
ਅੱਜ ਅਸੀਂ ਉਸ ਆਨੰਦਪੁਰ ਦੇ ਮਤੇ ਨੂੰ ਜੋ 1978 ਦੇ ਵਿੱਚ ਅਸੀਂ ਲੁਧਿਆਣਾ ਕਾਨਫਰੰਸ 'ਚ ਫੇਰ ਪਾਸ ਕੀਤਾ ਬਾਰ-ਬਾਰ, ਲੱਗੇ ਤਾਂ ਅਸੀਂ ਆਜ਼ਾਦੀ ਤੋਂ ਬਾਅਦ ਹੀ ਆ, ਤੁਰਤ 1962 ਤੋਂ ਪਹਿਲਾਂ ਬਟਾਲਾ ਕਾਨਫਰੰਸ ਹੋਈ, ਫਿਰ 71 'ਚ ਆਨੰਦਪੁਰ ਦਾ ਮਤਾ ਹੋਇਆ। ਫਿਰ ਜੀ ਆਹ ਗਲਤ ਹੈ, ਠੀਕ ਹੈ, ਉਸ ਤੇ 78 ਦੇ ਮਤੇ 'ਚ ਮਾਰਕਸੀ ਸਰਜੀਤ ਕਮਿਊਨਿਸਟ ਪਾਰਟੀ ਦਾ ਸੈਕਟਰੀ ਹੁੰਦਾ, ਉਹ ਸਟੇਜ ਤੇ ਬੈਠਾ ਸੀ। ਚੰਦਰ ਸ਼ੇਖਰ ਜਿਹੜਾ ਬਾਅਦ 'ਚ ਪ੍ਰਧਾਨ ਮੰਤਰੀ ਬਣਿਆ, ਸਟੇਜ ਤੇ ਬੈਠਾ ਸੀ। ਤਲਵੰਡੀ ਸਾਹਿਬ ਪ੍ਰਧਾਨ ਸੀ, ਬਾਦਲ ਸਾਹਿਬ ਮੁੱਖ ਮੰਤਰੀ ਸੀ, ਟੌੜਾ ਸਾਹਿਬ SGPC ਦੇ ਪ੍ਰਧਾਨ ਸੀ। ਉਸ ਵੇਲੇ ਮਤਾ ਪਾਸ ਕੀਤਾ ਜਿਹੜਾ ਫੈਡਰਲ ਸਿਸਟਮ ਦਾ। ਉਸ ਮਤੇ ਦਾ ਜਦੋਂ ਅਸੀਂ ਕਾਪੀਆਂ ਦਿੱਤੀਆਂ, ਇਹ ਤਾਂ ਜੀ ਵੱਖਵਾਦੀ ਹੈ। ਅੱਜ ਕਾਂਗਰਸ ਵੀ ਉਹੀ ਪਾਰਟੀ ਸਾਨੂੰ ਵੱਖਵਾਦੀ ਕਹਿਣ ਵਾਲੀ ਕਹਿਣ ਲੱਗ ਗਈ ਹੈ ਕਿ ਸੂਬੇ ਨੂੰ ਅਧਿਕਾਰ ਚਾਹੀਦੇ ਨੇ, ਇਸ ਤਾਂ ਮਾਰੇਗੇ। ਸੋ ਇਸ ਕਰਕੇ ਅੱਜ ਅਸੀਂ ਸਾਰੀਆਂ ਹਮ ਖਿਆਲ ਪਾਰਟੀਆਂ ਨੂੰ, ਜੋ ਵੀ ਖੇਤਰੀ ਪਾਰਟੀਆਂ ਨੇ, ਉਹਨਾਂ ਨੂੰ ਨਾਲ ਲੈ ਕੇ ਅਸੀਂ ਸਟੇਟਾਂ ਦੇ ਫੈਡਰਲ ਸਿਸਟਮ ਵਾਸਤੇ ਔਰ ਮਿਨੋਰਟੀ ਦੀ ਰਾਖੀ ਵਾਸਤੇ, ਦੇਸ਼ 'ਚ ਕਿਤੇ ਵੀ ਕੋਈ ਧੱਕਾ ਹੁੰਦਾ ਹੈ, ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸ਼ਹੀਦੀ ਦਿਨ ਆ ਗਿਆ, ਬੜੀ ਵੱਡੀ ਮਿਸਾਲ ਹੈ ਕਿ ਗੁਰੂ ਤੇਗ ਬਹਾਦਰ ਜੀ ਜਨੇਊ ਨਹੀਂ ਸੀ ਪਹਿਨਦੇ, ਲੇਕਿਨ ਜਨੇਊ ਪਿੱਛੇ ਜਾ ਕੇ ਉੱਥੇ ਸੀਸ ਦਿੱਤਾ। ਇਹ ਉਸ ਪਾਰਟੀ ਉਹਨਾਂ ਗੁਰੂਆਂ ਦੇ ਸਿਧਾਂਤਾਂ 'ਤੇ ਚੱਲਣ ਵਾਲੀ ਹੈ। ਠੀਕ ਹੈ, ਸਾਡੇ 'ਚ ਉਨੀ ਨਹੀਂ ਹੋਏਗੀ, ਲੇਕਿਨ ਅਸੀਂ ਹਾਂ ਤਾਂ ਉਸ ਸਿਧਾਂਤਾਂ 'ਤੇ ਚੱਲਣ ਵਾਲੀ ਪਾਰਟੀ। ਇਸ ਕਰਕੇ ਗੁਰੂ ਕਿਰਪਾ ਕਰੇ, ਸ਼ਕਤੀ ਦੇਵੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਔਰ ਸਾਡੀ ਲੀਡਰਸ਼ਿਪ ਨੂੰ, ਤਾਂ ਕਿ ਅਸੀਂ ਤਕੜੇ ਹੋ ਕੇ ਉਹਨਾਂ ਸਿਧਾਂਤਾਂ 'ਤੇ ਪਹਿਰਾ ਦੇ ਕੇ ਇੱਕ ਤਾਂ ਫੈਡਰਲ ਪਾਵਰ 'ਤੇ ਤਕੜੇ ਹੋ ਕੇ ਲੜੀਏ, ਇਹ ਸਟੇਟ ਨੂੰ ਮਜ਼ਬੂਤ ਕਰਨ ਵਾਸਤੇ, ਕੰਟਰੀ ਨੂੰ ਮਜ਼ਬੂਤ ਕਰਨ ਵਾਸਤੇ। ਦੂਸਰਾ ਤਾਂ ਕਿ ਲੋਕਾਂ ਨੂੰ ਜਿਹੜਾ ਕਿਰਤੀ ਕਿਸਾਨ ਹੈ, ਕੰਮ ਹੈ, ਮਜ਼ਦੂਰ ਹੈ, ਉਹਦੀ ਰੱਖਿਆ ਵੀ ਤਾਂ ਹੀ ਹੋ ਸਕਦੀ ਹੈ ਜੇ ਸਟੇਟ ਕੋਲੇ ਪਾਵਰ ਹੈ। ਜੇ ਸਟੇਟ ਕੋਲੇ ਪਾਵਰ ਹੀ ਨਹੀਂ, ਸਾਰੀ ਸੈਂਟਰ ਕੋਲੇ ਹੈ, ਤਾਂ ਫਿਰ ਤੁਸੀਂ ਸਟੇਟ ਵਾਲੇ ਕਰੋਗੇ ਕੀ? ਸਟੇਟਾਂ ਦਾ ਬਣਾਉਣ ਦੀ ਲੋੜ ਹੀ ਕੋਈ ਨਹੀਂ। ਸੋ ਇਸ ਕਰਕੇ ਫੈਡਰਲ ਪਾਵਰ ਸਾਡਾ ਮੁੱਖ ਨਿਸ਼ਾਨਾ ਹੈ। ਹਮ ਖਿਆਲ ਪਾਰਟੀਆਂ ਨੂੰ ਨਾਲ ਲੈ ਕੇ, ਭਾਵੇਂ ਕਮਿਊਨਿਸਟ ਪਾਰਟੀਆਂ ਨੇ, ਕੋਈ ਦੂਸਰੀਆਂ ਖੇਤੀ ਪਾਰਟੀਆਂ ਨੇ, ਜੋ ਇਸ ਸਿਧਾਂਤ 'ਤੇ ਸਾਡੇ ਨਾਲ ਖੜਨਗੇ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਅਸੀਂ ਮੀਟਿੰਗਾਂ ਕਰ ਵੀ ਰਹੇ ਹਾਂ, ਸਾਨੂੰ ਅੱਛਾ ਹੁੰਗਾਰਾ ਹੈ ਔਰ ਹੋਰ ਵੀ ਸਾਨੂੰ ਆਸ ਹੈ ਕਿ ਅੱਛਾ ਹੁੰਗਾਰਾ ਮਿਲੇਗਾ। ਠੀਕ ਹੈ ਜੀ। ਭੁੰਦੜ ਸਾਹਿਬ, ਜਿਹੜਾ ਇਸ ਵੇਲੇ ਜਿਹੜਾ ਕਿਸਾਨ ਸੰਘਰਸ਼ ਹੈ ਬੜਾ ਉਹ ਭਖ ਚੁੱਕਾ। ਸਾਡੇ ਲੱਖਾਂ ਜਿਹੜੇ ਲੋਕ ਹੈ ਇਸ ਵੇਲੇ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਬੈਠੇ ਆ, ਔਰ ਕੇਂਦਰ ਸਰਕਾਰ ਨਾਲ 2-3 ਵਾਰੀ ਗੱਲਬਾਤ ਹੋਈ ਹੈ, ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋਈ। ਜਿਹੜੀ ਆ ਕਿਸਾਨ ਜਿਹੜੇ ਆ ਇਹਨਾਂ ਬਿੱਲਾਂ ਨੂੰ, ਇਹਨਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਾਉਣਾ ਚਾਹੁੰਦੇ ਆ, ਤੇ ਕੇਂਦਰ ਸਰਕਾਰ ਕੁਝ ਜਿਹੜੀਆਂ ਸੋਧਾਂ ਉਹ ਕਰਨ ਲਈ ਤਿਆਰ ਹੈ। ਇਸ ਅੰਦੋਲਨ ਦੇ ਸੰਬੰਧ 'ਚ ਬਹੁਤ ਸਾਰੀਆਂ ਗੱਲਾਂ ਅਕਾਲੀ ਦਲ ਦੇ ਖਿਲਾਫ ਵੀ ਉੱਠਦੀਆਂ ਰਹੀਆਂ ਕਿ 3 ਮਹੀਨਿਆਂ ਤੱਕ ਅਕਾਲੀ ਦਲ ਜਿਹੜਾ ਇਹਨਾਂ ਬਿੱਲਾਂ, ਇਹਨਾਂ ਕਾਨੂੰਨਾਂ ਦਾ ਸਮਰਥਨ ਕਰਦਾ ਰਿਹਾ। ਫਿਰ ਜਿਹੜਾ ਅਕਾਲੀ ਦਲ ਜਿਹੜਾ ਕੇਂਦਰ ਸਰਕਾਰ ਤੋਂ ਬਾਹਰ ਆ ਗਿਆ, ਲੋਕਤੰਤਰਿਕ ਗੱਠਜੋੜ ਤੋਂ ਬਾਹਰ ਆ ਗਿਆ, ਫਿਰ ਉਹਨੇ ਇਹਨਾਂ ਕਾਨੂੰਨਾਂ ਦੇ ਵਿਰੋਧ 'ਚ ਆਪਣੇ ਤੌਰ 'ਤੇ ਵੀ ਸੰਘਰਸ਼ ਕੀਤਾ, ਤੇ ਦੂਜਾ ਜਿਹੜਾ ਕਿਸਾਨ ਅੰਦੋਲਨ ਹੈ ਇਹਦਾ ਵੀ ਤੁਸੀਂ ਸਮਰਥਨ ਕਰ ਰਹੇ ਆ। ਹੁਣ ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹਦਾ ਕਿਸ ਤਰ੍ਹਾਂ ਇਹਨੂੰ ਜਿਹੜਾ ਸਾਰਥਕ ਬਣਾਇਆ ਜਾ ਸਕਦਾ, ਜਾਂ ਇਹਨੂੰ ਸਫਲਤਾ ਜਿਹੜੀ ਹੈ ਦਵਾਈ ਜਾ ਸਕਦੀ ਹੈ? ਇਹਦੇ 'ਚ ਅਕਾਲੀ ਦਲ ਕੀ ਸੋਚਦਾ ਇਹਦੇ ਬਾਰੇ, ਤੇ ਕੀ ਰੋਲ ਅਦਾ ਕਰ ਸਕਦਾ ਇਹਦੇ 'ਚ ਅਕਾਲੀ ਦਲ? ਭਾਜੀ, ਇਹਦੇ 'ਚ 2 ਪੁਆਇੰਟ ਹੈਗੇ। ਇੱਕ ਹਿੱਸਾ ਤਾਂ ਪਹਿਲਾਂ ਇਹ ਹੈ ਕਿ ਅਸੀਂ 3 ਮਹੀਨੇ ਕਿਉਂ ਲੇਟ ਹੋਏ। ਹਾਂਜੀ। ਉਹਦਾ ਕਾਰਨ ਤਾਂ ਇਹ ਸੀ ਕਿ ਤੁਸੀਂ ਬਾਦਲ ਸਾਹਿਬ ਦੀ ਚਿੱਠੀ ਪੜ੍ਹੀ ਹੋਣੀ ਹੈ। ਹਾਂਜੀ। ਅਸੀਂ ਖੁਦ ਵੀ, ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਬੀਬਾ ਜੀ, ਆਪਣਾ ਨਰੇਸ਼ ਗੁਜਰਾਲ ਜੀ, ਮੈਂ ਹੁੰਦਾ ਸੀ, ਚੰਦੂ ਮਾਜਰਾ ਹੁੰਦਾ ਸੀ, ਅਸੀਂ ਵਾਰ-ਵਾਰ 5 ਜਾਣੇ ਮੀਟਿੰਗਾਂ ਕਰਦੇ ਸੀ। ਅਸੀਂ ਯੂਨੀਅਨ ਨਾਲ ਵੀ ਮੀਟਿੰਗਾਂ ਕਰਦੇ ਸੀ, ਅਸੀਂ ਦਿੱਲੀ ਨਾਲ ਵੀ ਮੀਟਿੰਗਾਂ ਕਰਦੇ ਸੀ। ਹਾਂਜੀ। ਸਾਡੀ ਕੋਸ਼ਿਸ਼ ਇਹ ਸੀ ਕਿ ਪੰਜਾਬ 'ਚ ਦੁਆਰਾ ਕੋਈ ਐਸੇ ਹਾਲਾਤ ਪੈਦਾ ਨਾ ਹੋਣ। ਮਸਾਂ ਪੰਜਾਬ 'ਚ ਅਮਨ ਸ਼ਾਂਤੀ ਹੋਈ ਹੈ, ਡਿਸਟਰਬ ਹੋਇਆ, ਇਹ ਦੁਆਰਾ ਤਰੱਕੀ ਦੀਆਂ ਲੀਹਾਂ 'ਤੇ ਪਿਆ ਅਤੇ ਅੱਗੇ ਚੱਲੀ ਜਾਵੇ। ਠੀਕ ਹੈ। ਇੱਥੇ ਨਾ ਸਾਨੂੰ ਕੋਈ ਇਸ ਤਰ੍ਹਾਂ ਦੇ ਹਾਲਾਤ ਹੋਣ। ਅਸੀਂ ਯਤਨ ਕੀਤਾ, ਸੈਂਟਰ ਨੂੰ ਵਾਰ-ਵਾਰ ਸਮਝਾਇਆ ਕਿ ਆਹ ਸ਼ੰਕੇ ਨੇ ਕਿਸਾਨ ਨੂੰ ਕਿ ਮੇਰੀ ਜ਼ਮੀਨ ਨਾ ਚਲੀ ਜਾਵੇ, ਮੇਰੀ ਪਰਚੇਜ ਨਾ ਬੰਦ ਹੋਵੇ। ਕਿਸਾਨ ਸਮਝਦਾ ਹੈ ਕਿ ਮੈਨੂੰ ਪੰਜਾਬੀ ਕਿਸਾਨ ਜਾਂ ਜੋ ਹਿੰਦੁਸਤਾਨ ਦਾ ਕਿਸਾਨ ਹੈ ਕਿ ਸਾਨੂੰ ਵਰਤ ਲਿਆ, ਸਾਡਾ ਪਾਣੀ ਖਤਮ ਹੋ ਗਿਆ, ਸਾਡੀ ਧਰਤੀ ਦਾ ਜਿਹੜੀ ਤਾਕਤ ਆ ਉਹ ਖਤਮ ਹੋ ਗਈ, ਸਾਡਾ ਇਨਵਾਇਰਮੈਂਟ ਖਤਮ ਹੋ ਗਿਆ, ਹੁਣ ਸਾਨੂੰ ਕਹਿੰਦੇ ਨੇ ਸਾਨੂੰ ਲੋੜ ਕੋਈ ਨਹੀਂ ਖਰੀਦਣ ਦੀ। ਇਸ ਕਰਕੇ ਇੱਕ ਤਾਂ ਇਹ ਉਹਨਾਂ ਦਾ ਸ਼ੰਕਾ। ਦੂਸਰਾ ਜਿਹੜਾ ਕੰਟੈਕਟ ਫਾਰਮਿੰਗ ਸੀ ਵੀ ਮਲਟੀਨੈਸ਼ਨਲ ਕੰਪਨੀ ਆ ਜਾਣੀਆਂ, ਕਿਸਾਨੀ ਚੋਟ ਹੋ ਜਾਊਗੀ, ਮਜ਼ਦੂਰ ਹੋ ਜਾਏਗੇ। ਤੀਸਰਾ ਇਹ ਸੀ ਕਿ ਸਾਡੀ ਜਿਹੜੀ ਪਰਚੇਜ ਹੈ 100% ਉਹ ਨਹੀਂ ਹੋਏਗੀ ਅਤੇ ਕਿਸਾਨ ਹੈ ਜਿਹੜਾ ਬਹੁਤ ਥੱਲੇ ਆ ਜਾਏਗਾ। ਸੋ ਇਹਨਾਂ ਕਾਰਨਾਂ ਕਰਕੇ ਇਹ ਜਿਹੜੀ ਮੂਵਮੈਂਟ ਹੈ ਸ਼ੁਰੂ ਹੋਈ। ਅਸੀਂ ਸਮਝਾਉਂਦੇ ਰਹੇ, ਲੇਕਿਨ ਸੈਂਟਰ ਜਿਹੜਾ ਹੈ ਉਹ ਸਾਡੀ ਗੱਲ ਨੂੰ ਪੂਰੀ ਸਮਝ ਕੇ ਨਾ ਕਹੇ ਜੀ ਦੇਸ਼ ਵਾਸਤੇ ਕਾਨੂੰਨ ਹੈ, ਤੁਸੀਂ ਇਕੱਲੇ ਹੀ ਗੱਲ ਕਹਿੰਦੇ ਹੋ, ਬਾਕੀ ਦੇਸ਼ ਤਾਂ ਚੁੱਪ ਹੈ। ਅੱਜ ਤੁਸੀਂ ਹਾਲਾਤ ਦੇਖੋ, ਸਾਰੇ ਹਿੰਦੁਸਤਾਨ 'ਚੋਂ ਥਾਂ ਤੋਂ ਕਿਸਾਨੀ ਦੀ ਆਵਾਜ਼ ਉੱਠ ਖੜੀ, ਔਰ ਕਿਸਾਨ ਦੇ ਨਾਲ ਮਜ਼ਦੂਰ ਵੀ ਉੱਠ ਖੜਾ, ਲੇਬਰ ਯੂਨੀਅਨਾਂ ਉੱਠ ਖੜੀਆਂ, ਟਰੱਕ ਯੂਨੀਅਨਾਂ ਉੱਠ ਖੜੀਆਂ, ਆੜ੍ਹਤੀਆਂ ਯੂਨੀਅਨਾਂ ਉੱਠ ਖੜੀਆਂ, ਸਾਰੇ ਲੋਕ ਉੱਠ ਖੜੇ, ਕੰਮ ਇੱਕ ਪਾਸੇ ਹੋ ਗਏ। ਔਰ ਜਿਹੜੇ ਵੱਡੇ ਮਲਟੀਨੈਸ਼ਨਲ ਸੀ ਉਹਨਾਂ ਦੇ ਹੱਕ 'ਚ ਆਵਾਜ਼ ਜਾਂਦੀ ਲੱਗਣ ਲੱਗ ਗਈ ਵੀ ਸਰਕਾਰ ਸ਼ਾਇਦ ਉਹਨਾਂ ਨਾਲ ਖੜ ਗਈ ਹੈ।
ਹਾਂਜੀ ਸ਼ਾਇਦ ਕੀ ਹੈ ਖੜ ਗਈ ਹੈ। ਹਾਂਜੀ ਨਹੀਂ ਤੇ ਕੀ ਗੱਲ ਹੈ ਕਿ ਜੇ ਲੋਕ ਕਹਿੰਦੇ ਕਿ ਕਾਨੂੰਨ ਗਲਤ ਹੈ, ਸਰਕਾਰ ਉਸ ਨੂੰ ਕਹਦੇ ਅੱਛਾ ਜੀ ਰੱਦ ਕਰਦੇ ਹਾਂ ਅਸੀਂ, ਤੁਹਾਨੂੰ ਨਹੀਂ ਪਸੰਦ, ਹਾਂਜੀ ਤੁਹਾਡੇ ਨਾਲ ਦੁਬਾਰਾ ਰਾਏ ਕਰ ਲੈਂਦੇ, ਜਾਂ ਪਹਿਲਾਂ ਰਾਏ ਕਰਨੀ ਚਾਹੀਦੀ ਸੀ, ਹਾਂਜੀ ਜਾਂ ਜਦੋਂ ਅਸੀਂ ਪਾਰਲੀਮੈਂਟ ਆਈ ਉਸ ਵੇਲੇ ਵੀ ਆਖਿਆ ਕਿ ਇਹਨੂੰ ਤੁਸੀਂ ਸਿਲੈਕਟ ਕਮੇਟੀ ਨੂੰ ਦੇ ਦਿਓ। ਹਾਂਜੀ ਉਹ ਸਾਰੀਆਂ ਪਾਰਟੀਆਂ ਦੇ MP ਮੈਂਬਰ ਹੁੰਦੇ ਆ, ਚੇਅਰਮੈਨ ਰੂਲਿੰਗ ਪਾਰਟੀ ਦਾ ਹੁੰਦਾ ਹੈ। ਫਿਰ ਅਸੀਂ ਕੰਸਰਨਡ ਜਿਹੜੀਆਂ ਧਿਰਾਂ ਹੁੰਦੀਆਂ, ਜਿਵੇਂ ਕਿਸਾਨ ਸੀ, ਹਾਂਜੀ ਅਸੀਂ ਉਹਨੂੰ ਸੱਦਣਾ ਸੀ ਕਿ ਦੱਸੋ ਤੁਹਾਨੂੰ ਕੀ ਸ਼ੰਕੇ ਨੇ, ਕਿਵੇਂ ਦੂਰ ਕੀਤੇ ਜਾਣ, ਆੜਤੀਆਂ ਨੂੰ ਕੀ ਹੈ, ਲੇਬਰ ਨੂੰ ਕੀ ਹੈ, ਠੀਕ। ਟਰੱਕਾਂ ਵਾਲਿਆਂ ਨੂੰ ਕੀ ਹੈ, ਲੇਕਿਨ ਨਹੀਂ ਮੰਨੀ। ਅਸੀਂ ਕਹਿੰਦੇ ਉਦੋਂ ਨਹੀਂ ਮੰਨੀ, ਹੁਣੇ ਮੰਨ ਲਓ, ਕਿੱਡਾ ਵੱਡਾ ਸੰਘਰਸ਼ ਆ ਗਿਆ, ਇਸ ਨੂੰ ਅੱਗੇ ਨਾ ਵਧਾਓ। ਮੈਂ ਅੱਜ ਵੀ ਅਪੀਲ ਕਰਦਾ ਪ੍ਰਾਈਮ ਮਿਨਿਸਟਰ ਨੂੰ ਕਿ ਪ੍ਰਾਈਮ ਮਿਨਿਸਟਰ ਜੀ ਇਸ ਨੂੰ ਜਿੱਦਾਂ ਸਵਾਲ ਨਹੀਂ ਬਣਾਉਣਾ ਚਾਹੀਦਾ। ਇਹ ਦੇਸ਼ ਦਾ ਜਿਹੜਾ ਅੰਨਦਾਤਾ ਹੈ, ਦੇਸ਼ ਨੂੰ ਅੱਜ ਜੇ COVID-19 ਦੇ ਵਿੱਚ ਚੱਲ ਰਿਹਾ ਹੈ ਤਾਂ ਇੰਡਸਟਰੀ ਬੰਦ ਹੈ, ਟਰਾਂਸਪੋਰਟ ਬੰਦ ਹੈ, ਰੇਲਵੇ ਜਹਾਜ਼ ਬੰਦ ਹੈ, ਬਿਜ਼ਨਸ ਸਾਰੇ ਬੰਦ ਹੈ। ਇਕੱਲਾ ਕਿਸਾਨ ਹੈ ਜਿਹੜਾ ਰੋਟੀ ਖਵਾ ਰਿਹਾ, ਜਿਹਨੇ ਪੈਦਾਵਾਰ ਫੇਰ ਵੱਧ ਕਰਤੀ ਹੈ, ਡਰਿਆ ਨਹੀਂ ਕੋਵਿਡ ਤੋਂ, ਖੇਤਾਂ 'ਚ ਕੰਮ ਉਵੇਂ ਕੀਤਾ, ਉਵੇਂ ਮਿੱਟੀ 'ਚ ਮਿੱਟੀ ਹੋਇਆ ਔਰ ਭੰਡਾਰ ਭਰਤੇ ਨੇ, ਇਸ ਕਰਕੇ ਅੱਗੇ ਨੂੰ ਵੀ ਉਵੇਂ ਬੈਠਾ। ਸੋ ਇਸ ਕਰਕੇ ਕਿਸੇ ਵੀ ਕੀਮਤ 'ਤੇ ਜਿਹੜਾ ਕਿਸਾਨ ਹੈ ਹਿੰਦੁਸਤਾਨ ਦਾ, ਇਹ ਦੇਸ਼ ਦਾ ਰੱਖ ਹੈ। ਭਾਵੇਂ ਉਹ ਹੱਦਾਂ 'ਤੇ ਹੈ, ਉੱਥੇ ਵੀ ਕਿਸਾਨ ਦਾ ਪੁੱਤ ਹੈ ਜਿਹੜਾ ਲੜ ਰਿਹਾ, ਉੱਥੇ ਦੂਸਰੇ ਤਾਂ ਲੋਕ ਘੱਟ ਜਾਂਦੇ ਨੇ। ਇਹ ਭਾਵੇਂ ਉਹ ਖੇਤ 'ਚ ਹੈ, ਉਹ ਕੰਮ ਆ, ਕਿਸਾਨ ਲੜ ਰਿਹਾ। ਇਸ ਕਰਕੇ ਕਿਰਤੀ ਕਿਸਾਨ ਹੈ ਜਿਹੜਾ, ਉਹਦੇ ਵਾਸਤੇ ਤੁਸੀਂ ਬੈਠੋ, ਬੈਠ ਕੇ ਗੱਲ ਕਰੋ। ਔਰ ਮੈਂ ਪਿਆਰ ਨਾਲ ਕਹਿਣਾ ਚਾਹੁੰਦਾ, ਮੈਂ ਕੋਈ ਕਿਸੇ ਨੂੰ ਕੌੜੀ ਲੈਂਗੁਏਜ ਨਹੀਂ ਬੋਲਣੀ ਚਾਹੁੰਦਾ ਕਿ ਪ੍ਰਧਾਨ ਮੰਤਰੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਕਿਸੇ ਇੱਕ ਧੜੇ ਦੇ ਨਹੀਂ, ਇੱਕ ਬੰਦੇ ਦੇ ਨਹੀਂ। ਇਸ ਕਰਕੇ ਸੋਚੋ, ਬੈਠ ਕੇ ਸੋਚ ਕੇ ਇਸ ਮਸਲੇ ਦਾ ਹੱਲ ਕਰੋ, ਸ਼ਾਂਤੀ ਕਰੋ, ਇਹ ਦੇਸ਼ ਦੇ ਭਲੇ 'ਚ ਹੈ। ਔਰ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਪਿਆਰ ਨਾਲ ਜਿਹੜਾ ਸਾਰਾ ਮਸਲਾ ਉਸ ਨੂੰ ਹੱਲ ਕਰਨ ਵੱਲ ਆਪਾਂ ਅੱਗੇ ਵਧੀਏ, ਤਾਂ ਕਿ ਪੰਜਾਬ ਤੇ ਦੇਸ਼ 'ਚ ਅਮਨ ਸ਼ਾਂਤੀ ਹੋ ਕੇ ਆਪਾਂ ਤਰੱਕੀ ਵੱਲ ਜਾਈਏ। ਠੀਕ ਠੀਕ ਹੈ। ਭੁੰਦੜ ਜੀ, ਆਉਣ ਵਾਲੇ ਸਮੇਂ 'ਚ ਜਿਹੜਾ ਅਕਾਲੀ ਦਲ ਨੂੰ ਦੋ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ, ਇੱਕ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਸਕਦਾ ਅਗਲੇ ਸਾਲ ਵਿੱਚ ਹੋ ਜਾਵੇ। ਇਸ ਸਮੇਂ ਅਕਾਲੀ ਦਲ ਦਾ ਹੀ ਉੱਥੇ ਬਹੁਮਤ ਹੈਗਾ ਸ਼੍ਰੋਮਣੀ ਕਮੇਟੀ ਵਿੱਚ, ਅਤੇ ਪੰਜਾਬ 'ਚ ਮੰਨਿਆ ਵੀ ਜਾਂਦਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਸ ਅਕਾਲੀ ਦਲ ਦਾ ਬਹੁਮਤ ਹੋਵੇ ਉਹੀ ਅਸਲੀ ਅਕਾਲੀ ਦਲ ਮੰਨਿਆ ਜਾਂਦਾ। ਅਤੇ ਉਸ ਸੰਬੰਧ, ਇਸ ਤੋਂ ਇਲਾਵਾ 2022 ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ, ਇਹਨਾਂ ਦੋ ਜਿਹੜੀਆਂ ਵੱਡੀਆਂ ਚੁਣੌਤੀਆਂ ਲਈ ਅਕਾਲੀ ਦਲ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਰਿਹਾ? ਇਹਦੇ 'ਚ ਜੀ ਕੋਈ ਦੇਖੋ 100 ਸਾਲਾ SGPC ਦਾ ਆਇਆ ਸੀ, ਹੁਣ ਅਕਾਲੀ ਦਲ ਦਾ ਆ ਰਿਹਾ ਹੈ। ਹਾਂਜੀ, ਲਗਾਤਾਰ ਜਿਹੜਾ ਹੈ ਲੋਕਾਂ 'ਚ ਪ੍ਰਚਾਰ ਜਾ ਰਿਹਾ ਹੈ। ਪਹਿਲੀ ਗੱਲ ਤਾਂ ਹੈ ਕਿ ਜਿਹੜਾ ਗੁਰੂ ਨਾਨਕ ਨਾਮ ਲੇਵਾ ਹੈ, ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਜੋ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਰੱਖਦਾ ਹੈ, ਕਦੇ ਵੀ ਉਹ ਨਹੀਂ ਇਹ ਸੋਚੇਗਾ ਕਿ ਜਿਹੜੇ ਨੂੰ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਹੀ ਨਹੀਂ, ਜਿਹੜਾ ਮੰਨਦਾ ਹੀ ਨਹੀਂ, ਉਹਦੇ ਹੱਥ 'ਚ ਇਹ ਪ੍ਰਬੰਧ ਚਲਿਆ ਜਾਵੇ। ਠੀਕ ਹੈ ਜੀ। ਜਿਵੇਂ ਕਿ ਅੱਜ RSS ਵਾਲੇ ਲੱਗੇ ਹੋਏ ਨੇ ਵਿੰਗੇ ਟੇਢੇ ਢੰਗ ਨਾਲ। ਦੂਸਰੇ ਨੰਬਰ 'ਤੇ ਜਿਹੜਾ ਇਹ ਪਹਿਲਾਂ ਕਾਂਗਰਸ ਵੀ ਯਤਨ ਕਰਦੀ ਰਹੀ, ਦੂਸਰੇ ਨੰਬਰ 'ਤੇ ਕਿ ਇੱਕ ਯਤਨ ਹੋ ਰਹੇ ਹਨ ਸਰਕਾਰਾਂ ਦੇ, ਅੰਗਰੇਜ਼ ਵੀ ਕਰਦਾ ਰਿਹਾ, ਮੁਗਲ ਵੀ ਕਰਦਾ ਰਿਹਾ, ਫਿਰ ਇਹ ਆ ਕੇ ਕਾਂਗਰਸ ਵੀ ਕਰਦੀ ਰਹੀ, ਹੁਣ ਇਹ ਵੀ ਸ਼ਾਇਦ ਇਹ ਕੋਸ਼ਿਸ਼ ਕਰ ਰਹੇ ਨੇ। ਇਹ ਕਦੇ ਵੀ ਸਿਰੇ ਨਹੀਂ ਚੜ੍ਹੇਗਾ। ਇਹ ਜਿਸ ਵੇਲੇ ਪ੍ਰਬੰਧ ਦੇ ਪਿੱਛੇ ਏਡੀ ਵੱਡੀ ਜਦੋਜਹਿਦ ਹੋਈ, ਅੰਗਰੇਜ਼ ਝੁਕਿਆ ਪਹਿਲੀ ਵਾਰ ਦੁਨੀਆ ਦੇ ਵਿੱਚ, ਉਦੋਂ ਇਸ ਪ੍ਰਬੰਧ 'ਤੇ ਝੁਕਿਆ ਜਦੋਂ ਕਿ ਇਸ ਪ੍ਰਬੰਧ ਨੂੰ ਅੰਗਰੇਜ਼ ਨੇ ਆਪਣੇ ਪਿੱਠੂ ਮਹੰਤ ਬਣਾ ਕੇ ਉਹਨਾਂ ਦੇ ਕਬਜ਼ੇ ਕਰਾਤੇ ਸੀ। ਇੱਥੇ ਦੁਰਾਚਾਰ ਹੋਣ ਲੱਗ ਗਿਆ ਸੀ। ਅੱਜ ਇਹ ਕੌਮ ਦੀ ਜਾਇਦਾਦ ਹੈ। SGPC ਹੈ ਜਿਹੜੀ ਕੌਮ ਦੀ ਹੈ, ਚੁਣੇ ਹੋਏ ਮੈਂਬਰ ਆਉਂਦੇ ਨੇ, ਪ੍ਰਧਾਨ ਬਦਲਦੇ ਨੇ, ਮੈਂਬਰ ਬਦਲਦੇ ਨੇ, ਲੇਕਿਨ ਹੁੰਦੇ ਕੌਣ ਨੇ? ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨੇ। ਘਾਟਾ ਇਨਸਾਨ 'ਚ ਹੋ ਸਕਦੀਆਂ ਨੇ, ਐਡਾ ਕੋਈ ਇਨਸਾਨ ਪੂਰਨ ਨਹੀਂ, ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੈ, ਡਰਦੇ ਹੈ, ਜੋ ਉੱਥੋਂ ਹੁਕਮ ਹੁੰਦਾ ਉਹਨੂੰ ਮੰਨਦੇ ਹੈ। ਜਿਹੜੇ ਉਸ ਹੁਕਮ ਨੂੰ ਨਹੀਂ ਮੰਨਦੇ, ਜਿਹੜਾ ਨਿੱਜੀ ਆਪਦਾ ਕੋਈ ਚਲਾਉਂਦਾ ਹੈ, ਅਤੇ ਉਸ ਨੂੰ ਕਿਸ ਤਰ੍ਹਾਂ ਪ੍ਰਬੰਧ ਦਿੱਤਾ ਜਾ ਸਕਦਾ? ਇਸ ਕਰਕੇ ਨਾ ਕਿਸੇ ਨਿੱਜੀ ਹੱਥਾਂ 'ਚ ਦਿੱਤਾ ਜਾ ਸਕਦਾ ਇਹ, ਨਾ ਕਿਸੇ ਉਸ ਨੂੰ ਦਿੱਤਾ ਜਾ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ 'ਤੇ ਟੇਕ ਹੀ ਨਹੀਂ ਰੱਖਦਾ, ਜਿਹੜਾ ਉਹਦੇ 'ਚ ਵਿਸ਼ਵਾਸ ਹੀ ਨਹੀਂ, ਜਿਹੜਾ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਵੱਖਰਾ ਕਰ ਦਿਓ, ਇਹ ਤਾਂ ਆਹ ਬਾਣੀ ਕੱਢ ਦਿਓ, ਆਹ ਬਾਣੀ ਕੱਢ ਦਿਓ। ਇਹ ਉਹਨਾਂ ਲੋਕਾਂ ਨੂੰ ਇਹ ਪ੍ਰਬੰਧ ਕਦੇ ਵੀ ਕੌਮ ਬਰਦਾਸ਼ਤ ਨਹੀਂ ਕਰੇਗੀ। ਹੋ ਸਕਦਾ ਹੈ ਕੰਮ ਕਰਨ ਵਾਲੇ ਜਿਹੜੇ ਅੱਗੇ ਆਉਂਦੇ ਨੇ ਉਹ 'ਚ ਗਲਤੀਆਂ ਵੀ ਹੁੰਦੀਆਂ ਨੇ, ਕੋਈ ਇਨਸਾਨ ਪੂਰਨ ਤਾਂ ਪਰਮਾਤਮਾ ਇਕੱਲਾ, ਬੰਦਿਆਂ 'ਚ ਗਲਤੀਆਂ ਹੁੰਦੀਆਂ, ਲੇਕਿਨ ਇਹ ਨਹੀਂ ਕਿ ਕੌਮ ਇਹ ਬਰਦਾਸ਼ਤ ਕਰ ਲੇਗੀ ਕਿ ਪ੍ਰਬੰਧ ਉਹਨਾਂ ਹੱਥਾਂ ਦਿੱਤਾ ਜਾਵੇ ਜਿਹੜੇ ਹੱਥਾਂ ਦੇ ਵਿੱਚ ਇਹ ਸਿੱਖੀਜ਼ਮ ਸੇਫ ਹੀ ਨਹੀਂ, ਜਿਵੇਂ ਅੰਗਰੇਜ਼ ਜਾਂ ਮੁਗਲ ਕਰਦੇ ਰਹੇ, ਉਹ ਨਹੀਂ ਹੋਣ ਦੇਣਗੇ। ਸਿੱਖ ਜਾਗਰਤ ਨੇ। ਬਾਕੀ ਦੇ ਅਸੈਂਬਲੀ ਚੋਣਾਂ ਉਹ 'ਚ ਵੀ ਅਸੀਂ ਤਿਆਰ ਹਾਂ। ਅਸੀਂ ਅਕਾਲੀ ਦਲ ਪਾਰਟੀ ਹੈ ਜਿਹਨੇ ਦੇਸ਼ ਨੂੰ ਰਸਤਾ ਦਿਖਾਇਆ ਕਿ ਵੈਲਫੇਅਰ ਸਟੇਟ ਕੀ ਹੁੰਦੀ ਹੈ, ਡਿਵੈਲਪਮੈਂਟ ਕੀ ਹੁੰਦੀ ਹੈ। ਇਸ ਕਰਕੇ ਅਸੀਂ ਤਿਆਰ ਹਾਂ, ਕੋਈ ਸਾਨੂੰ ਕਿਸੇ ਮੁਕਾਬਲੇ ਦਾ ਡਰ ਨਹੀਂ। ਸਾਡੇ ਸਿਰ 'ਤੇ ਉਹ ਜਿੱਦੇ ਰਹੇ ਨਾ, ਅਸੀਂ ਤਾਂ ਉਹਨਾਂ ਸਿਰ 'ਤੇ ਜਿੱਦੇ ਨਹੀਂ। ਬੜਾ ਸਾਨੂੰ, ਅਸੀਂ 117 ਦੀਆਂ 17 ਸੀਟਾਂ ਵਾਸਤੇ ਰੈਡੀ ਬੈਠੇ ਹਾਂ। ਰਾਜਗੁਰੂ ਕਿਰਪਾ ਕਰੇਗਾ, ਪੰਜਾਬੀਆਂ ਦਾ ਆਏਗਾ। ਠੀਕ ਹੈ, ਠੀਕ ਹੈ। ਭੁੰਦੜ ਜੀ, ਤੁਸੀਂ ਅਜੀਤ ਵੈਬ TV ਦੇ ਸਟੂਡੀਓ 'ਚ ਆਏ, ਸਾਡੇ ਨਾਲ ਤੁਸੀਂ ਅਕਾਲੀ ਦਲ ਦੀ ਰਾਜਨੀਤੀ ਬਾਰੇ, ਜਿਹੜੇ ਦੇਸ਼ ਦੀ ਰਾਜਨੀਤੀ ਬਾਰੇ, ਅਤੇ ਇਸ ਤੋਂ ਇਲਾਵਾ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ ਤੁਹਾਡਾ ਧੰਨਵਾਦ।
ਤੁਹਾਡਾ ਵੀ ਭਾਜੀ ਬਹੁਤ ਧੰਨਵਾਦ। ਜਿਹੜਾ ਅਜੀਤ ਅਦਾਰਾ ਹੈ ਇਹ ਬੜੀ ਸੇਵਾ ਕਰ ਰਿਹਾ ਕੌਮ ਦੀ, ਦੇਸ਼ ਦੀ, ਔਰ ਹਰ ਮਸਲੇ ਤੇ ਰਸਤਾ ਦਿਖਾਉਂਦਾ ਲੋਕਾਂ ਨੂੰ। ਮੈਂ ਦੁਆ ਕਰਦਾ ਕਿ ਇਸ ਤਰ੍ਹਾਂ ਇਹ ਅਦਾਰਾ ਹੋਰ ਅੱਗੇ ਵਧੇ ਫੁੱਲੇ ਔਰ ਲੋਕਾਂ ਨੂੰ ਸਹੀ ਰਸਤਾ ਦਿਖਾਉਂਦਾ ਰਹੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੀ ਵੱਡੀ ਸੇਵਾ ਹੈ ਔਰ ਦੇਸ਼ ਵਿਦੇਸ਼ ਜਿੱਥੇ ਕਿਤੇ ਕੋਈ ਪੜ੍ਹਦਾ ਹੈ, ਸੁਣਦਾ ਹੈ ਤੁਹਾਡੇ ਪ੍ਰੋਗਰਾਮ ਨੂੰ, ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਤੇ ਨਾਲ ਇਸ ਅਦਾਰੇ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਦਾ। ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪਿਆਰੇ ਦਰਸ਼ਕੋ, ਹੁਣ ਇਸ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ। ਅਗਲੀ ਵਾਰ ਕਿਸੇ ਹੋਰ ਅਹਿਮ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਸ਼ੁਕਰੀਆ, ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।